गौड़ी की सोरठ पी रे जी न लाज लाज तो नाही आहार ताज कत काहूं के जाही रे जी न लाज लाज तो नाही हार ताज कत काहूं के जाही रहाओ जाको ठाकुर ऊंचा होई सो जान पार कार जात ना सोही सो साहिब रहया भरपूर सदा संग नाही हर दूर कबला चरण शरण है जाके कहो जन का नाही करता के सब को कह जास की बाता सो समरथ निज पत है दाता कह कबीर पूरन जग सोई जाके हृदय अवर ना होई कह कबीर पूरन जग सोई जाके हृदय अवर ना होई वाहिगुरु जी का खालसा वाहिगुरु जी की फतेह। सत्कारयोग साध संगत भाई ਜਦੋਂ ਫਤਿਹ ਸਾਂਝ ਕਰੀਏ ਪਿਆਰ ਵਾਲਿਓ 2 ਵਾਰ ਰਸਨਾ ਤੋਂ ਵਾਹਿਗੁਰੂ ਉਚਾਰਨ ਹੁੰਦਾ ਹੈ ਔਰ ਇਹ ਉਚਾਰਨ ਕੀਤਾ ਹੋਇਆ ਵਾਹਿਗੁਰੂ ਕਦੀ ਵੀ ਵਿਅਰਥ ਨਹੀਂ ਜਾਂਦਾ। ਇਸ ਲਈ ਸੰਗਿਆ ਚੱਕਿਆ ਨਾ ਕਰੋ, ਜਰੂਰ ਰਸਨਾ ਪਵਿੱਤਰ ਕਰੋ। ਫਿਰ ਫਤਿਹ ਅਰਜ ਕਰ ਰਿਹਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग जुगो जुग अटल चवर छतर अते तखत दे मालक बाणी के बोहे सर्ब सांझी वालता दे प्रति शब्द गुरु दसां ही पातशाहियां दी जोत धन 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 श्री गुरु ग्रंथ साहिब महाराज जी दी पावन पवित्र हजूरी
ਅਤੇ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਪਾਤਸ਼ਾਹੀ ਪਹਿਲੀ, ਗੁਰਦੁਆਰਾ ਪਾਤਸ਼ਾਹੀ ਛੇਵੀਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਅਤੇ ਯਾਤਰਾ ਕਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਨਿਰਸੰਸੇ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ, ਸੇਵਾਵਾਂ, ਭੇਟਾਵਾਂ ਇਸ ਮਹਾਨ ਪਵਿੱਤਰ ਇਤਿਹਾਸਕ ਸਥਾਨ ਦੀ ਯਾਤਰਾ ਮਹਾਰਾਜ ਸਫਲ ਕਰਨ। ਸਾਡੀ ਕੌਮ ਵਿੱਚ ਇੱਕ ਪਰੰਪਰਾ ਸੀ ਤੇ ਅੱਜ ਵੀ ਹੈ, ਜਿੱਥੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਏ ਉਹ ਸਥਾਨ ਪਵਿੱਤਰ ਹੋ ਜਾਂਦਾ, ਪਰ ਖਾਸ ਕਰਕੇ ਜਿੱਥੇ ਇਤਿਹਾਸਕ ਸਥਾਨ ਹੋਵੇ ਤਾਂ ਫਿਰ ਉਹਦੇ ਨਾਲ ਯਾਤਰਾ ਸ਼ਬਦ ਜੋੜ ਦਿੰਦੇ। ਭਾਈ ਯਾਤਰਾ ਤੇ ਗਏ ਸੋ, ਇਹ ਕਿੱਥੇ ਗਏ ਸੋ? ਵੀ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਆ, ਬਈ ਜੋਤੀ ਸਰੂਪ ਦੇ ਦਰਸ਼ਨ ਕਰਕੇ ਆਏ ਆ। ਇਸ ਪ੍ਰਕਾਰ ਤੋਂ ਇਹ ਪਿਆਰਿਓ ਗੁਰਬਾਣੀ ਦੇ ਬੋਲ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਸਾ ਧਰਤੀ ਪਈ ਹਰਿਆਵਲੀ। ਦੇਖੋ ਕੈਸੀ ਹਰਿਆਵਲ ਲੱਗੀ ਜਦੋਂ ਲੋਧੀਆਂ ਨੇ ਇਹ ਸ਼ਹਿਰ ਵਸਾਇਆ। ਦੋ ਸ਼ਹਿਰ ਉਹਨਾਂ ਵਸਾਏ ਸਨ, ਇੱਕ ਸੁਲਤਾਨਪੁਰ ਲੋਧੀ, ਉਹਦੇ ਪਿੱਛੇ ਲੋਧੀ ਲੱਗਾ, ਤੇ ਇਹਦੇ ਗੇਤਰ ਲੋਧੀ ਲੱਗਾ। ਇਹਦਾ ਨਾਂ ਸੀ ਸ਼ੁਰੂ ਚ ਲੋਧੀ ਆਣਾ। ਆਣਾ ਘਰ ਨੂੰ ਕਹਿੰਦੇ ਨੇ, ਲੋਧੀਆਂ ਦਾ ਘਰ। ਉੱਥੇ ਕਿਉਂਕਿ ਸੁਲਤਾਨ ਨੇ ਵਸਾਏ ਸਨ ਇਹ ਦੋਵੇਂ ਨਗਰ, ਇੱਕੋ ਬੰਦੇ ਨੇ ਦੋਵੇਂ ਨਗਰ ਵਸਾਏ ਨੇ, ਤੇ ਉਹਦਾ ਨਾਂ ਉਹਨਾਂ ਨੇ ਰੱਖਿਆ ਸੁਲਤਾਨਪੁਰ ਲੋਧੀ, ਇਹਨੂੰ ਲੋਧੀ ਆਣਾ। ਹੁਣ ਇਹ ਲੋਧੀ ਆਣਾ ਕੀ ਹੁੰਦਾ ਸੀ? ਉਦੋਂ ਸਤਲੁਜ ਥੋੜਾ ਜਿਹਾ ਖਹਿ ਕੇ ਲੰਘਦਾ ਸੀ ਤੇ ਪੱਤਣ ਤੇ ਹੀ ਉਹਨਾਂ ਨੇ ਵਸਾਇਆ ਸੀ। ਆਹਿਸਤਾ ਆਹਿਸਤਾ ਇਹ ਸਰਕ ਗਿਆ। ਜਿਹੜੀ ਉੱਥੇ ਕਰੀਮਪੁਰੇ ਬਾਜ਼ਾਰ ਦੇ ਵਿੱਚ ਮਸਜਿਦ ਹੈ ਨਾ, ਉੱਥੋਂ ਦੇ ਇਮਾਮ ਨੇ ਇੱਕ ਲੁਧਿਆਣੇ ਦੀ ਹਿਸਟਰੀ ਤੇ ਕਿਤਾਬ ਲਿਖੀ ਹੈ, ਬੜੇ ਉਹਨੇ ਰੀਝ ਨਾਲ ਲਿਖੀ ਹੈ। ਉੱਥੇ ਇੱਕ ਬੜੀ ਪ੍ਰਸਿੱਧ ਬਿਲਡਿੰਗ ਹੈ ਸੁਭਾਨੀ ਬਿਲਡਿੰਗ, ਬਸ ਉਹਦੇ ਆਲੇ ਦੁਆਲੇ ਥੋੜੀ ਜਿਹੀ ਰੌਣਕ ਹੁੰਦੀ ਸੀ। ਫਿਰ ਜ਼ਮਾਨਾ ਆਇਆ ਵੀ ਉਧਰ ਰਿਆਸਤ ਪਟਿਆਲਾ ਦਾ ਕਬਜ਼ਾ ਸੀ, ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਖਿੱਤਾ ਸੀ ਜਿੱਥੇ ਅੰਗਰੇਜ਼ਾਂ ਦਾ ਈਸਟ ਇੰਡੀਆ ਕੰਪਨੀ ਦਾ ਕਬਜ਼ਾ ਸੀ। ਉਹਨਾਂ ਨੇ ਇਹਨੂੰ ਡਿਵੈਲਪ ਕੀਤਾ। ਪਰ ਜਿੱਥੇ ਅਸੀਂ ਬੈਠੇ ਆ ਇਸ ਧਰਤੀ ਦੇ ਉੱਤੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਛੇਵੇਂ ਪਾਤਸ਼ਾਹ ਦੇ ਚਰਨ ਪਏ, ਤੇ ਜਿਨ੍ਹਾਂ ਜ਼ਮੀਨਾਂ ਨੂੰ ਕਿਸੇ ਜ਼ਮਾਨੇ ਕੋਈ ਪੁੱਛਦਾ ਨਹੀਂ ਸੀ, ਉਹ ਤੁਹਾਡੇ ਸਾਹਮਣੇ ਪੁੜੀਆਂ ਦੇ ਵਿੱਚ ਵਿਕੀਆਂ। ਅੱਜ ਚੂੜੇ ਚੜੇ ਹੋਏ ਨੇ, ਸੱਚੀ ਮੁੱਚੀ ਧਰਤੀ ਹਰਿਆਵਲੀ ਹੋ ਗਈ ਏ। ਔਰ ਦੇਖੋ ਕੈਸਾ ਸੁੰਦਰ ਵਾਤਾਵਰਨ ਹੈ। ਤੋ ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਇਸ ਸਥਾਨ ਨਾਲ ਸਾਡਾ ਕਿਸੇ ਨਾ ਕਿਸੇ ਐਂਗਲ ਤੋਂ ਨਾਤਾ ਬਣਿਆ। ਸਾਨੂੰ ਰੋਜ਼ ਇੱਥੇ ਆਉਣ ਦਾ ਅਵਸਰ ਮਿਲਦਾ ਹੈ, ਮੱਥਾ ਟੇਕਣ ਦਾ ਅਵਸਰ ਮਿਲਦਾ ਹੈ, ਕਥਾ ਸੁਣਨ ਦਾ ਅਵਸਰ ਮਿਲਦਾ ਹੈ, ਈਵਨ ਕਥਾ ਕਰਨ ਦਾ ਅਵਸਰ ਮਿਲਦਾ ਹੈ। ਗੱਲ ਤੇ ਫੀਲਿੰਗ ਦੀ ਹੈ ਨਾ, ਮਹਿਸੂਸ ਕਰਨ ਦੀ ਹੈ। ਸੋ ਵਡਭਾਗੇ ਹੋ, ਫੀਲ ਕਰਿਆ ਕਰੋ ਅੰਦਰ ਥੋੜਾ ਥੋੜਾ ਵੀ ਅਸੀਂ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹਾਂ। ਸਾਧ ਸੰਗਤ, ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਆਪ ਸੰਗਤ ਦਾ ਸਹਿਯੋਗ ਅਸੀਸ ਸਦਕਾ ਲੜੀਵਾਰ ਜੋ ਗੁਰੂ ਬਚਨਾਂ ਦੀ ਕਥਾ ਵਿਚਾਰ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਉਸ ਅਧੀਨ ਆਪ ਜੀ ਨੇ ਜੋ ਹੁਣੇ ਦਾਸ ਪਾਸੋਂ ਇੱਕ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 330 ਤੇ ਦਰਜ ਹੈ। ਔਰ ਇਸ ਸ਼ਬਦ ਦੀ ਇੱਕ ਵਿਸ਼ੇਸ਼ਤਾ ਹੈ। ਉਹ ਵਿਸ਼ੇਸ਼ਤਾ ਕੀ ਹੈ? ਆਮ ਤੌਰ ਤੇ ਸ਼ਬਦ ਦਾ ਸਿਰਲੇਖ ਕਿਸੇ ਇੱਕ ਰਾਗ ਨਾਲ ਹੀ ਰਿਲੇਟਡ ਹੁੰਦਾ ਹੈ, ਪਰ ਜਿਹੜੇ ਸ਼ਬਦ ਨੂੰ ਅਸੀਂ ਅੱਜ ਵਿਚਾਰਨ ਜਾ ਰਹੇ ਹਾਂ
ਇਹ ਸ਼ਬਦ ਗੌੜੀ ਵੀ ਸੋਰਠ ਵੀ। ਹੁਣ ਵੇਖੋ ਜਿਹੜੀ ਗੱਲ ਮੈਂ ਅਕਸਰ ਕਹਿਣਾ ਵੀ ਬਾਣੀਕਾਰ ਦਾ ਜ਼ਿਕਰ ਬਾਅਦ ਵਿੱਚ, ਰਾਗ ਦਾ ਜ਼ਿਕਰ ਪਹਿਲਾਂ, ਔਰ ਫਿਰ ਕਿੰਨੀ ਬਰੀਕੀ ਨਾਲ ਮਹਾਰਾਜ ਨੇ ਕਿਹਾ ਭਾਈ ਇਹ ਜਿਹੜਾ ਸ਼ਬਦ ਹੈ ਨਾ, ਇਹਦੇ ਕਾਵ ਰੂਪ ਨੂੰ ਐਸੇ ਹਿਸਾਬ ਨਾਲ ਕ੍ਰੀਏਟ ਕੀਤਾ ਗਿਆ ਹੈ ਵੀ ਇਹਨੂੰ ਗੌੜੀ ਤੇ ਸੋਰਠ ਮਿਕਸ ਕਰਕੇ ਗਾਓਗੇ ਤੇ ਗਾਇਆ ਜਾਏਗਾ, ਅਦਰਵਾਈਜ਼ ਪ੍ਰੋਬਲਮ ਆਵੇਗੀ। ਇਹਨੂੰ ਮਿਕਸ ਰਾਗ ਵਿੱਚ, ਇਹ ਮਿਸ਼ਰਤ ਉਹਨੂੰ ਕਹਿੰਦੇ ਆਪਣੀ ਬੋਲੀ 'ਚ, ਇਹ ਮਿਸ਼ਰਤ ਰਾਗ ਹੈ, ਗੌੜੀ ਵੀ ਸੋਰਠ ਵੀ। ਹੁਣ ਇਸ ਪਾਸੇ ਕੌਮ ਵੱਲੋਂ ਥੋੜਾ ਅਵੇਸਲਾਪਨ। ਪਿੱਛੇ ਜੇ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਰਾਂ ਨੇ ਸਟੈਂਡ ਲਿਆ, ਮੈਂ ਬੜੇ ਗੌਰ ਨਾਲ ਸੋਸ਼ਲ ਮੀਡੀਆ ਨੂੰ ਵਾਚਦਾ ਰਿਹਾ ਕੌਣ ਕੀ ਕਹਿ ਰਿਹਾ ਹੈ। ਤੋ ਇਹ ਕਹਿ ਸਕਨੇ ਆ ਪ੍ਰਗਟ ਰੂਪ ਚ ਨਹੀਂ, ਭਾਵੇਂ ਸੂਖਸ਼ਮ ਰੂਪ ਚ ਉਹਨਾਂ ਨੂੰ ਹੀ ਚੁੱਕਣਾ ਪਿਆ, ਔਰ ਉਹਨਾਂ ਕਿਹਾ ਵੀ ਚਲੋ ਜਿੱਦਾਂ ਪੜ੍ਹਨਾ ਪੜ੍ਹੋ, ਕਿਉਂਕਿ ਰੀਤਾਂ ਹਲਕੀਆਂ ਫੁਲਕੀਆਂ ਫਿਲਮਾਂ ਦੀਆਂ ਟਿਊਨਾਂ ਤੇ ਉਹ ਕਰਨ ਵਾਲੇ ਜ਼ਿਆਦੇ ਸਨ, ਉਹ ਇਕੱਲੇ ਸਨ। ਔਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਦੋਂ ਕਿਸੇ ਵਿਦਵਾਨ ਦੀ ਕਿਤੇ ਸੇਵਾ ਲੱਗ ਜਾਂਦੀ ਹੈ ਨਾ, ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰਦੁਆਰਾ ਉਹਦੇ ਕਰਕੇ ਚੱਲ ਰਿਹਾ, ਗੁਰਦੁਆਰਾ ਉਹ ਗੁਰਦੁਆਰੇ ਕਰਕੇ ਚੱਲ ਰਿਹਾ, ਪਰ ਉਹਦੇ ਕੁਝ ਨੈਤਿਕ ਫਰਜ਼ ਬਣ ਜਾਂਦੇ। ਪਿੱਛੇ ਜੇ ਹਰਿਆਣੇ ਦੇ ਵਿੱਚ ਇੱਕ ਬੜਾ ਵੱਡਾ ਸਕੈਂਡਲ ਪਕੜਿਆ ਗਿਆ ਟੀਚਰਾਂ ਦੀ ਭਰਤੀ ਦਾ, ਤੇ 11-12 ਸਾਲ ਓਮ ਪ੍ਰਕਾਸ਼ ਚਟਾਲਾ ਅੰਦਰ ਰਹਿ ਕੇ ਜਦੋਂ ਕੇਸ ਚੱਲਦਾ ਸੀ, ਤੇ ਜੱਜ ਨੇ IAS ਅਫਸਰ ਜਿਹੜਾ ਸੈਕਟਰੀ ਸੀ ਜਿਹਦੇ ਸਾਈਨਾਂ ਤੋਂ ਬਿਨਾਂ ਟੀਚਰਾਂ ਦੀ ਭਰਤੀ ਨਹੀਂ ਸੀ ਹੋਣੀ, ਉਹਨੂੰ ਕਹਿਣ ਲੱਗੇ ਵੀ ਤੂੰ ਸਿਗਨੇਚਰ ਕਿਉਂ ਕੀਤੇ? ਉਹ ਕਹਿਣ ਲੱਗਾ ਵੀ ਮੇਰੀ ਬਾਂਹ ਇਸ ਤਰ੍ਹਾਂ ਪਕੜ ਕੇ ਅਭੈ ਚਟਾਲਾ ਨੇ ਮਰੋੜ ਕੇ ਪਿੱਛੇ ਲਾਈ ਸੀ ਤੇ ਉੱਤੋਂ ਅਰਕ ਕੱਸੀ ਸੀ, ਮੈਨੂੰ ਕਹਿੰਦਾ ਸੀ ਸਾਈਨ ਕਰਨੀ ਤੇ ਬਾਂਹ ਤੋੜ ਦੇਣੀ। ਤੁਹਾਨੂੰ ਪਤਾ ਜੱਜ ਨੇ ਕੀ ਕਿਹਾ ਸੀ? ਜੱਜ ਨੇ ਕਿਹਾ ਸੀ ਤੇਰੀ ਬਾਂਹ ਟੁੱਟ ਜਾਂਦੀ ਕੋਈ ਗੱਲ ਨਹੀਂ ਸੀ, ਉਹ ਜੁੜ ਜਾਣੀ ਸੀ, ਪਰ ਤੈਨੂੰ ਸਾਈਨ ਨਹੀਂ ਸਨ ਕਰਨੇ ਚਾਹੀਦੇ। शर्ते आजादी की है कुछ पाबंदियां, उनका जो पाबंद है वो असल में अदा। ਜਦੋਂ ਸੰਗਤ ਪ੍ਰਬੰਧਕ ਕਿਸੇ ਨੂੰ ਕੋਈ ਮਾਨ ਦਿੰਦੇ ਨੇ ਤੇ ਉਹ ਸੂਲੀ ਤੇ ਚਾੜਨ ਵਾਲੀ ਗੱਲ ਹੁੰਦੀ ਹੈ, ਉਹਦੇ ਕੁਝ ਨੈਤਿਕ ਫਰਜ਼ ਬਣ ਜਾਂਦੇ ਨੇ। ਹੋਰ ਇਹਦੇ ਨਾਲ ਟੋਕਾ ਨੋਕੀ ਨਾਲ ਕਿਸੇ ਨੂੰ ਵੱਡਾ ਛੋਟਾ ਸਾਬਤ ਕਰਨ ਦੀ ਭਾਵਨਾ ਨਹੀਂ ਹੁੰਦੀ, ਪਰ ਕੁਝ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ। ਉੱਥੇ ਕੌਣ ਸੀ ਜੀ ਜ਼ਿੰਮੇਵਾਰ ਬੰਦਾ? ਕੌਣ ਸੀ? ਉਹਨੇ ਕਿਉਂ ਨਹੀਂ ਕਿਹਾ ਜੀ, ਉਹਨੇ ਕਿਉਂ ਨਹੀਂ ਸਮਝਾਇਆ ਜੀ, ਉਹਨੇ ਕਿਉਂ ਨਹੀਂ ਟੋਕਿਆ ਜੀ, ਵਗੈਰਾ ਵਗੈਰਾ। ਤੋ ਇਹ ਕੋਈ ਗੱਲ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਜਾਂ ਭਾਈ ਜਸਵਿੰਦਰ ਸਿੰਘ ਦੀ ਨਹੀਂ, ਗੱਲ ਸਿਧਾਂਤ ਦੀ ਹੈ ਵੀ ਅੱਜ ਅਸੀਂ ਕਹਿੰਦੇ ਆ ਜੀ ਪ੍ਰਚਾਰਕਾਂ ਦਾ ਜੀਵਨ ਕੋਨੀ ਜੀ, ਰਾਗੀਆਂ ਦਾ ਜੀਵਨ ਕੋਨੀ ਜੀ, ਤਾਂ ਅਸਰ ਨਹੀਂ ਹੁੰਦਾ। ਨਹੀਂ ਭਾਈ, ਜਿਸ ਤਰ੍ਹਾਂ ਕਥਾ ਕਰਨੀ ਹੈ ਉਸ ਤਰ੍ਹਾਂ ਕਥਾ ਨਹੀਂ ਕਰਦੇ। ਸਵੇਰ ਵੇਲੇ ਸਾਖੀਆਂ ਸੁਣਾਈ ਜਾਣੀਆਂ ਨੇ, ਸ਼ਾਮ ਨੂੰ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਗੁਰਬਾਣੀ ਦੇ ਪ੍ਰਮਾਣ ਲਾਈ ਜਾਣੇ, ਔਰ ਖਾਸ ਕਰਕੇ ਸਾਡਾ ਮਿਸ਼ਨਰੀ ਲੜ। ਮੈਂ ਕਹਿਣਾ ਵਾ ਮੰਨਦੇ ਨਹੀਂ ਵੀ ਤੁਹਾਨੂੰ ਇੰਨਾ ਗੁਰਬਾਣੀ ਜ਼ਿਆਦੀ ਆਉਂਦੀ ਏ ਤੇ ਸਵੇਰੇ ਗੁਰਬਾਣੀ ਦੇ ਪ੍ਰਮਾਣ ਲਾਓ ਨਾ ਵੱਧ ਤੋਂ ਵੱਧ। ਸ਼ਾਮ ਨੂੰ ਤੁਸੀਂ ਇਤਿਹਾਸ ਸੁਣਾ ਰਹੇ ਹੋ ਤੇ ਉਹਦੀ ਰਵਾਨਗੀ ਨੂੰ ਖਤਮ ਨਾ ਹੋਣ ਦਿਓ, ਉਹਦੀ ਰਵਾਨਗੀ ਚੱਲਣ ਦਿਓ, ਪਤਾ ਲੱਗੇ ਅੱਜ ਇਤਿਹਾਸ ਵਿੱਚ ਕਿਹੜਾ ਪ੍ਰਸੰਗ ਮੈਂ ਸੁਣ ਕੇ ਆਇਆ। ਇਸੇ ਤਰ੍ਹਾਂ ਸਾਧ ਸੰਗਤ ਕੀਰਤਨ ਵਿੱਚ ਵੀ ਜੇ ਅਸੀਂ ਥੋੜਾ ਜਿਹਾ 100% ਨਹੀਂ 20-30% ਇਸ ਤਰ੍ਹਾਂ ਰਾਗਾਂ ਵੱਲ ਮੁੜੀਏ, ਹੌਲੀ ਹੌਲੀ ਸੰਗਤ ਨੂੰ ਵੀ ਉਸ ਤਰ੍ਹਾਂ ਹੀ ਚੇਟਕ ਲੱਗ ਜਾਏਗਾ। ਉਹਦੇ ਨਾਲ ਜਿਹੜੀ ਸਪਿਰਿਚੁਅਲਿਟੀ ਹੈ, ਅਧਿਆਤਮਕਵਾਦ ਹੈ, ਉਹ ਮੌਲਦਾ। ਫਿਲਮੀ ਟਿਊਨਾਂ ਨਾਲ ਵਕਤੀ ਤੌਰ ਤੇ ਸਵਾਦ ਜ਼ਿਆਦਾ ਹੁੰਦਾ ਹੈ, ਔਰ ਲੌਂਗ ਟਾਈਮ ਉਹਦਾ ਜ਼ਿਹਨ ਦੇ ਉੱਤੇ ਅਸਰ ਨਹੀਂ ਰਹਿੰਦਾ, ਧਿਆਨ ਉਸ ਗਾਣੇ ਵੱਲ ਚਲਾ ਜਾਂਦਾ। ਬਹੁਤ ਸਾਰੇ ਗਾਣੇ ਤੇ ਇੰਨੇ ਪ੍ਰਸਿੱਧ ਤੇ ਇੰਨੀਆਂ ਟਿਊਨਾਂ ਖਿੱਚ ਪਾਉਣ ਵਾਲੀਆਂ ਨੇ ਵੀ ਕੀਰਤਨ ਕਰਦਿਆਂ ਕਰਦਿਆਂ ਪਤਾ ਲੱਗ ਜਾਂਦਾ ਵੀ ਇਹ ਫਲਾਣੇ ਗਾਣੇ ਦੀ ਟਿਊਨ ਦੇ ਉੱਤੇ ਸ਼ਬਦ ਜਿਹੜਾ ਉਹ ਫਿੱਟ ਕੀਤਾ ਗਿਆ। ਤੋ ਸਪਿਰਿਚੁਅਲਿਟੀ ਜਿਹੜੀ ਹੈ ਉਹ ਖਤਮ ਹੋ ਜਾਏਗੀ, ਤੁਹਾਡੀ ਅਧਿਆਤਮਕਵਾਦ ਖਤਮ ਹੋ ਜਾਏਗਾ। ਇਸ ਲਈ ਮੁੜਨ ਦੀ ਥੋੜੀ ਜ਼ਰੂਰਤ ਹੈ। ਇਹ ਸ਼ੌਂਕ ਪੈਦਾ ਕਰੀਏ, ਔਰ ਸ਼ੌਂਕ ਪੈਦਾ ਕਦੋਂ ਹੋਵੇਗਾ? ਜਦੋਂ ਸੰਗਤ ਰਿਸਪੌਂਸ ਲੈ। ਮੈਂ ਭਾਈ ਸਾਹਿਬ ਕਿਰਪਾ ਕਰੋ ਇੱਕ ਰਾਗ ਵਿੱਚ ਸ਼ਬਦ ਸੁਣਾਓ। ਭਾਈ ਸਾਹਿਬ ਤੁਸੀਂ ਉਦੋਂ ਰਾਗ ਵਿੱਚ ਸ਼ਬਦ ਸੁਣਾਇਆ, ਬੜਾ ਆਨੰਦ ਆਇਆ, ਅੱਜ ਵੀ ਉਦਾਂ ਸੁਣਾਓ। ਸੰਗਤ ਮੁੜ ਸਕਦੀ ਹੈ। ਤੋ ਜਦੋਂ ਅਸੀਂ ਵੀ ਚੰਚਲ ਸੁਰਾਂ ਦੇ ਉੱਤੇ ਝੂਮਨੇ ਆ, ਤੋ ਫਿਰ ਜਿਹੜਾ ਬੁਲਾਰਾ ਹੈ ਉਹ ਵੀ ਸੋਚਦਾ ਵੀ ਜਿਸ ਤਰ੍ਹਾਂ ਸੰਗਤ ਪ੍ਰਸੰਨ ਹੁੰਦੀ ਹੈ ਉਸ ਤਰ੍ਹਾਂ ਮੈਂ ਸੰਗਤ ਦੀ ਖੁਸ਼ੀ ਲੈ ਲਾਂ। ਤੋ ਇਹ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਕਿੰਨੇ ਗੌਰ ਨਾਲ ਭਾਈ ਗੌੜੀ ਵੀ ਸੋਰਠ ਵੀ ਅਵੇਅਰ ਕੀਤਾ। ਅੱਖਾਂ ਖੋਲ ਕੇ, ਕੰਨ ਖੋਲ ਕੇ ਇਹਨੂੰ ਪੜੋ ਤੇ ਸੁਣੋ।
ਇਹ ਰਾਗ ਗਾਉਣ ਲੱਗਿਆ ਗੌੜੀ ਤੇ ਸੂਰਤ ਨੂੰ ਮਿਕਸ ਕਰ ਲੈਣਾ, ਮਿਸ਼ਰਤ ਮਾਤਰਾ ਲਾਣੀ ਹੈ, ਫਿਰ ਇਹਨੂੰ ਗਾਉਣਾ, ਅਦਰਵਾਈਜ਼ ਨਹੀਂ ਗਾਉਣਾ। ਹੁਣ ਦਰਗਾਹੀ ਬੋਲ ਮੈਂ ਆਪ ਜੀ ਦੀ ਨਜ਼ਰ ਕਰਾਂ, ਅੱਜ ਦੇ ਬੋਲਾਂ ਵਿੱਚ ਥੋੜੀ ਜਿਹੀ ਝਿੜਕ ਹੈ। ਇਹ ਝਿੜਕ ਗੁਰੂ ਵੱਲੋਂ ਹੈ, ਮੈਂ ਜ਼ਰੀਆ। ਝਿੜਕ ਗੁਰੂ ਵੱਲੋਂ ਹੈ। ਕਦੋਂ ਗੁਰੂ ਝਿੜਕ ਮਾਰਦਾ? ਜਦੋਂ ਜੀਵ ਛੋਟੀਆਂ ਛੋਟੀਆਂ ਲੋੜਾਂ ਨੂੰ ਮੁੱਖ ਰੱਖ ਕੇ, ਛੋਟੀਆਂ ਛੋਟੀਆਂ ਮੁਸੀਬਤਾਂ ਤੋਂ ਡੋਲ ਕੇ ਤੇ ਫਿਰ ਇੱਧਰ ਉੱਧਰ ਭਟਕਦਾ। ਮੈਂ ਦੇਖਿਆ ਬੜੇ ਪ੍ਰਸਿੱਧ, ਬਹੁਤ ਮਸ਼ਹੂਰ ਕੌਮੀ ਆਗੂ। ਹੁਣ ਅਕਾਲੀ ਦਾ ਕੀ ਅਰਥ ਸੀ? ਤੁਸੀਂ ਕਿਤੇ ਮਾਨਕੋਸ਼ ਚ ਅਕਾਲੀ ਕੱਢੋ, ਏਡੇ ਕਮਾਲ ਦਾ ਕਵਿਤ ਲਿਖਿਆ ਹੈ। ਕਾਮਨ ਗੱਲ ਇੰਨੀ ਹੈ, ਜਿਹੜਾ ਅਕਾਲ ਦਾ ਪੁਜਾਰੀ ਹੈ। ਤੇ ਹੁਣ ਪਿਆਰਿਓ, ਅਸੀਂ ਕੌਮ ਦੀ ਅਗਵਾਈ ਕਰਨੀ ਹੈ ਤੇ 3 4 5 ਮੇਨ ਅਕਾਲੀ ਚਾਦਰ ਲੈ ਕੇ, ਇੱਕ ਨੇ ਟੋਕਰੇ 'ਚ ਚਾਦਰ ਰੱਖੀ ਏ। ਹੁਣ ਵਿੱਚੇ ਹੀ ਹੁੰਦੇ ਨਾ, ਤੁਹਾਡੇ ਮਿੱਤਰ ਵੀ ਵਿੱਚੇ ਹੀ ਹੁੰਦੇ ਤੇ ਦੂਜੇ ਵੀ ਵਿੱਚੇ ਹੀ ਹੁੰਦੇ ਨੇ। ਉਹ ਨਾਲ ਦੀ ਨਾਲ ਹੀ ਵੀਡੀਓਗ੍ਰਾਫੀ ਬਣਾ ਲੈਂਦੇ ਨੇ। ਉਹ ਕਹਿੰਦੇ ਤੁਹਾਡਾ ਕੱਢਨੇ ਆ ਜਲੂਸ। ਵੱਡਾ ਟੋਕਰਾ ਸਿਰ ਤੇ ਰੱਖਿਆ, ਚਾਦਰ ਰੱਖੀ ਏ, ਫਿਰ 4 5 6 ਅਕਾਲੀ ਲੀਡਰ ਉਹਦੀਆਂ ਕੰਨੀਆਂ ਪਕੜ ਕੇ ਤੇ ਉਹਦੇ ਉੱਤੇ ਦਿੰਦੇ ਨੇ। ਕਿੱਥੇ? ਅਜਮੇਰ ਸ਼ਰੀਫ ਜਾ ਕੇ ਮਜ਼ਾਰ ਦੇ ਉੱਤੇ ਚਾਦਰ ਚੜਾਉਣ ਗਏ ਨੇ, ਮੰਨਤ ਪੂਰੀ ਹੋ ਜਾਏ। ਹੁਣ ਭਾਈ ਤੂੰ ਅਕਾਲ ਦਾ ਪੁਜਾਰੀ ਤੇ ਨਹੀਂ ਰਿਹਾ, ਤੂੰ ਤੇ ਕਬਰ ਦਾ ਪੁਜਾਰੀ ਬਣ ਗਿਆ। ਇਸ ਵਾਸਤੇ ਹਜ਼ੂਰ ਨੇ ਮਿੱਠੀ ਝਿੜਕ ਮਾਰੀ ਤੇ ਕਹਿਣ ਲੱਗੇ, ਰੇ ਜੀ ਨਲੱਜ। ਉਹ ਮੁਖਾਤਬ ਤੇ ਖੁਦ ਨੂੰ ਹੁੰਦੇ ਨੇ, ਪਰ ਰੇ ਜੀ ਨਲੱਜ ਦੇ ਅਰਥ ਤੇ ਕਰਾਂਗੇ ਵੀ ਕਬੀਰ ਸਾਹਿਬ ਆਪਣੀ ਜਿੰਦ ਨੂੰ, ਆਪਣੇ ਮਨ ਨੂੰ ਕਹਿ ਰਹੇ। ਪਰ ਉਂਝ ਸਾਧ ਸੰਗਤ ਇਹ ਵੀ ਬਚਨ ਹੈ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ ਹੈ। ਜੇ ਸੱਜਣ ਨੂੰ ਜਾ ਕੇ ਕਿਹਾ ਵੀ ਸੱਜਣਾ ਤੇਰੀ ਲੁੱਕ ਬੜੀ ਵਧੀਆ, ਤੇਰੀ ਬਿਰਤੀ ਬੜੀ ਮਾੜੀ ਹੈ, ਇਹਦਾ ਮਤਲਬ ਕੱਲੇ ਸੱਜਣ ਨੂੰ ਨਹੀਂ, ਸਾਨੂੰ ਸਾਰਿਆਂ ਨੂੰ ਕਿਹਾ ਵੀ ਭਾਈ ਅੰਦਰੋਂ ਬਾਹਰੋਂ ਇੱਕ ਹੋ ਜਾਓ, ਜਿਸ ਤਰ੍ਹਾਂ ਦੇ ਅੰਦਰੋਂ ਜੀ ਉਸ ਤਰ੍ਹਾਂ ਦੇ ਬਾਹਰੋਂ ਹੋ ਜਾਓ। ਵੇਖੋ ਨਾ, ਹੁਣ ਅਸੀਂ ਇੱਕ ਬੰਦੇ ਨੂੰ ਲਫ਼ਜ਼ ਤੇ ਬੜੇ ਚੰਗੇ ਕਹਿੰਦੇ ਆ, ਉਹ ਤੁਹਾਡੇ ਵਾਈਬ੍ਰੇਸ਼ਨ ਜਿਹੜੇ ਨੇ ਜਾ ਰਹੇ ਨੇ, ਨਹੀਂ ਜੀ ਬੈਠ ਜਾਓ, ਮੈਂ ਇਸ ਤਰ੍ਹਾਂ ਨਹੀਂ ਜਾਣ ਦੇਣਾ, ਕੁਛ ਨਾ ਕੁਛ ਲੈ ਕੇ ਜਾਓ, ਤੇ ਅੰਦਰੋਂ ਆਵਾਜ਼ ਇਹ ਆ ਰਹੀ ਹੈ ਵੀ ਇਹ ਬੜੇ ਕਸੂਤੇ ਟਾਈਮ ਆ ਰਿਹਾ ਹੈ, ਆ ਗਿਆ ਹੈ, ਹੁਣ ਕੀ ਕਰੀਏ, ਇਹਨੇ ਮਗਰੋਂ ਵੀ ਨਹੀਂ ਲੈਣਾ। ਹੁਣ ਉਸ ਬੰਦੇ ਕੋਲ ਡਬਲ ਵਾਈਬ੍ਰੇਸ਼ਨ ਜਾ ਰਹੇ, ਉਹ ਕੀ ਕਰੇਗਾ ਵਿਚਾਰਾ? ਤੁਸੀਂ ਦੇਖੋ ਵੀ ਉਹਦੇ ਮਾਈਂਡ ਦਾ ਕੀ ਬਣੇਗਾ। ਆ ਬ੍ਰਹਿਮੰਡ ਵਿੱਚ ਜਿਹੜੀ ਸਾਰਾ ਅਰਾਜਕਤਾ ਬਣੀ ਹੋਈ ਇਸੇ ਕਰਕੇ ਹੈ ਨਾ, ਵੀ ਅੰਦਰ ਕੁਝ ਹੋਰ ਹੈ, ਰਸਨਾ ਤੋਂ ਅਸੀਂ ਕੁਝ ਹੋਰ ਬੋਲਨੇ ਆ, ਕਰਮ ਅਸੀਂ ਕੁਝ ਹੋਰ ਕਰਨੇ ਆ, ਔਰ ਉਹ तमाम ਵਾਈਬ੍ਰੇਸ਼ਨ ਜਿਹੜੇ ਨੇ ਉਹ ਹਵਾ ਨੂੰ ਦੂਸ਼ਿਤ ਕਰਦੇ ਨੇ। ਹਵਾ ਨੂੰ ਪ੍ਰਭਾਵਿਤ ਕੱਲਾ ਧੂਆਂ ਨਹੀਂ ਕਰਦਾ, ਵਿਚਾਰਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਵਾਈਬ੍ਰੇਸ਼ਨ ਵੀ ਚੰਗਾ ਜਾਂ ਨਾ ਚੰਗਾ ਅਸਰ ਐਟਮੋਸਫੀਅਰ ਦੇ ਉੱਤੇ ਪਾਉਂਦੇ ਜੇ। ਇਹ ਵੀ ਮੈਰਿਜ ਕਰਦੇ ਆ। ਹੁਣ ਸੱਜਣ ਨੂੰ ਮਹਾਰਾਜ ਕਹਿੰਦੇ ਨੇ ਵੀ ਸੱਜਣਾ ਤੇਰੇ ਅੰਦਰ ਕੁਝ ਹੋਰ ਹੈ, ਬਾਹਰ ਕੁਝ। 5 ਚੋਟਾਂ ਮਹਾਰਾਜ ਨੇ ਉੱਥੇ ਕੀਤੀਆਂ, ਪਰ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਨਹੀਂ। ਅੱਜ ਸ਼ਬਦ ਉਂਝ ਵੀ ਥੋੜਾ ਜਿਹਾ ਲੰਬੇਰਾ ਹੈ, ਅੱਜ ਅਸੀਂ ਇਹਦੇ ਬਿਲਕੁਲ ਹੀ ਇਹਦੇ ਨੇੜੇ ਤੇੜੇ। ਹਜ਼ੂਰ ਕਹਿੰਦੇ ਰੇ ਜੀ ਨਲੱਜ, ਨਲੱਜ ਕਹਿੰਦੇ ਬੇਸ਼ਰਮ ਨੂੰ, ਲਾਜ ਤੋਂ ਨਹੀਂ। ਹੁਣ ਵੇਖੋ ਇੱਥੇ ਜਿਹੜਾ ਤੋ ਸ਼ਬਦ ਆਇਆ, ਤੱਤੇ ਨੂੰ ਹੋੜਾ ਵੀ ਹੈ ਤੇ ਤੱਤੇ ਨੂੰ ਔਂਕੜ ਵੀ ਹੈ। ਜਿਤਨਾ ਮਰਜ਼ੀ ਤੁਸੀਂ ਜ਼ੋਰ ਲਗਾ ਲਓ, ਇੱਕ ਅੱਖਰ ਨੂੰ 2 ਨੁਕਤਿਆਂ ਦਾ ਉਚਾਰਨ ਨਹੀਂ ਹੋ ਸਕਦਾ। ਜਾਂ ਤੇ ਹੋੜਾ ਬੁਲਾਇਆ ਜਾਏਗਾ ਜਾਂ ਔਂਕੜ ਬੁਲਾਈ ਜਾਏਗੀ। ਹੁਣ ਕਿੱਦਾਂ ਪਤਾ ਲੱਗੇ ਵੀ ਹੋੜਾ ਬੁਲਾਣਾ ਹੈ ਕਿ ਔਂਕੜ ਬੁਲਾਣੀ ਹੈ? ਫਿਰ ਉਹਦੇ ਵਾਸਤੇ ਇਹ ਜਿਹੜੀ ਮਨੁੱਖਾ ਜ਼ਿੰਦਗੀ ਕੀਮਤੀ ਪ੍ਰਾਈਮ ਟਾਈਮ ਮਿਲਿਆ ਹੈ ਭਾਈ, ਉਹਦੇ ਵਿੱਚੋਂ ਮਹੀਨਾ ਕੱਢਣਾ ਪੈਂਦਾ ਪਾਠ ਪੋਥ ਸਮਾਗਮ ਵਾਸਤੇ। ਉਹਦੇ ਵਾਸਤੇ ਕਿਸੇ ਅਕੈਡਮੀ ਨੂੰ ਅਟੈਂਡ ਕਰਨਾ ਪੈਂਦਾ ਹੈ, ਕਿਤੇ ਬਈ 2 ਸਾਲ 3 ਸਾਲ ਧੱਕੇ ਖਾਣੇ ਪੈਣਗੇ। ਕਿਸੇ ਉਸਤਾਦ ਦੀਆਂ ਝਿੜਕਾਂ ਉੱਥੇ ਵੀ ਮੈਂ ਵੇਖਿਆ ਨਾ, ਜਿਨ੍ਹਾਂ ਦੇ ਪਿੱਛੇ 4 ਸਿਆੜ ਨੇ ਨਾ, ਉਹ ਮਹੀਨੇ 2 ਮਹੀਨਿਆਂ 'ਚ ਹੀ ਭੱਜ ਹੁੰਦੇ। कबीर कसौटी राम की झूठा टिके ना कोई, राम कसौटी सोस है जो मर जीवा होए। रुखा मिस्सा खाना है और झिड़कां सहनियां ने, दब के मेहनत करनी है। ये सहीली खेड नहीं गी। वाइस चांसलर लैक्चर कर लगा, लैक्चर स्टैंड ते अपना लैक्चर रख लैंदा, प्राइम मिनिस्टर रख लैंदा, CM रख लैंदा, ते जिन्हों तुसी जाहिल जिहा अनपढ़ जिहा ग्रंथी प्रचारक समझदे हो ना,
वो एक एडी को टुकड़ा भी पर्ची जी नहीं रख सकता। उन्हें जो बोलना है ता उम्र जुबानी बोलना। तुहाडे जहन च कदी ये गल आई हो तो मुबारक है, कदी नोटिस करो। प्राइम मिनिस्टर भी रखता है, सीएम भी रखता है, वाइस चांसलर भी रखता है, बड़े बड़े लैक्चरार कालजां दे विच जिहड़े प्रोफैसर ने वो रखते हैं। नहीं रखता तो सिर्फ ग्रंथी नहीं रखता। एक बार कह दो गज के सतनाम श्री, ये वो जॉब है। मैं जी MA की है, वो चलिया इत्थे रोज एक MA का पेपर देना पैंदा, रोज MA का एक पेपर, MA तो घट नहीं जे ढंग नाल करिए ते। खैर रे जी नलज ए बेशरम मन, लाज तो है नाही, हर तज इत्थे मैं दस दियां भी इहदा होड़ा साइलेंट करना है ते औंकड़ बुलाना है। ये पद्धति है ग्रैमर की। संप्रदायी पद्धति साडे नाल उन्हां दे कुछ मतभेद ने। टकसाल वाले वीरां दे उचारण नूं लैके साडे नाल थोड़ी जी कंट्रोवर्सी है, पर कोई बहुत ज़्यादा नहीं, कुछ मामूली नुकतियां नूं लैके। साडा इहदे बारे एक सिंपल जिहा मैथड है, कदी तुसीं पाठ करो तो दिक्कत आवे। ग्रैमर का यह मैथड है भी जदों एक अखर नूं दो नुकते लगे होण ते जिहड़ा प्रचलित पाठ है उहदे विपरीत पाठ करना। फॉर एग्जाम्पल तत्ते नूं होड़ा, हाहे नूं हुशियारी है। आम तौर पर जचदा पाठ की है तोहे, पर ग्रैमर कहती है भी इहनूं तोहे ना कह के होड़े नूं साइलेंट करके तो कहना। बस इतना को नुकता है, क्योंकि एक अखर नूं दो नुकते उचारण नहीं किए जा सकते। सो रे जी नलज लाज तो नाही, कहने लगे जी कादी शर्म करा, मैं की कीता है, इदा ही कहने ना आप। तो हजूर कह लगे हार तज कत काहू के जाए, तू जदों हरी नूं छड्ड के थां थां ते भटकना है, तेनू शर्म नहीं आउंदी। हुण मैनू खिमा करना, साडे चों किन्ने कुने जिन्हां दी टेक सिर्फ गुरु ग्रंथ साहब दे होवे, डोल जाने आ। मैं गया सां, मैं उत्थे इदां कीता सी, मेरा ते काम सौर गया। हुण सारा रशिया, सारा चाइना, कितना हिस्सा तुहाडा यूरोप दा, जिहड़े कम्यूनिस्ट ने, तुसीं जे रिजक वेखो तो साडे नालों उन्हां कोल ज़्यादा, सुख सुविधा उन्हां कोल ज़्यादा। तो ये कोई पैरामीटर नहीं गा भी मैं उत्थे गया तो तां मेरा इदां हो गया। जिहड़े कहंदे ने भी रब है ही नहीं, रिजक ते उन्हां कोल भी है, तो वो कोई पैरामीटर नहीं गा। इस वास्ते असीं एक अकाल पुरख दे लड़ लगना। की कहना है, जिसका तन मन धन सब तिसका, सोई सुकाड़ सुजानी। इत्थे भी हुण ध्यान नाल वेखो, घग्गा है, एक हुंदा घड़ना, एक गेतर ससा लग के चंगी तरह कढ़ना, चंगी तरह कढ़िया होया। सुकाड़ सुजानी तिन ही सुनिया दुख सुख मेरा, तऊ बिद नीकी खटानी। अगों फिर हजूर की कहंदे, जी की जिंद दी एक ही पैमानी। एक अकाल पुरख कोल ही मेरी गल मन्नी गई, ते अवर जतन कर रहे बहु तेरे, तिल तिल नहीं कीमत जाती। जी की एक ही पैमानी, एक अकाल पुरख कोल ही मेरी सुनवाई हुई, होर मैं बड़े यतन किए, मेरी किते सुनी नहीं गई। सानू ये चेता रवे बई असी एक कोल ही अरजदास करनी है भाई, एक दे द्वारे दे उत्ते ही ढहना है। इस वास्ते इन्हां पंक्तियां नूं एक बारी तुसीं भी रसना नाल आखो, ताकि विदत रवे, थोड़ा चेता रवे, ते प्यार नाल आखो। जी की एक ही पैमानी, जी की एक ही पैमानी, जी की। संज्ञा ना करो। जदों ना प्यारिओ ये आपां इस तरह गाउने आ ना गुरबाणी नूं, कहंदे चंगी गल कितों भी मिल जाए तो लै लेनी चाहिए है। संत ईसर सिंह जी राड़ा साहब वालियां दी एक रिकॉर्डिंग मैं सुनी, वो कहंदे भी मैनू समाप्ति तो बाद एक प्रेमी कहन लगा भी संत जी
ਤੁਸੀਂ ਜਦੋਂ ਕਥਾ ਕਰਦੇ ਹੋ ਨਾ, ਕਥਾ ਬੜਾ ਆਨੰਦ ਆਉਂਦਾ, ਬੜੇ ਚੰਗੇ ਚੰਗੇ ਬਚਨ ਤੁਸੀਂ ਸੁਣਾਉਂਦੇ ਹੋ, ਗਿਆਨ ਭਰਪੂਰ ਗੱਲਾਂ ਹੁੰਦੀਆਂ। ਆ ਜਿਹੜੀ ਤੁਸੀਂ ਵਿੱਚ ਧਾਰਨਾ ਲਾਉਂਦੇ ਹੋ, ਨਾ ਲਾਇਆ ਕਰੋ। ਉਹ ਕਹਿਣ ਲੱਗੇ ਵੀ ਧਾਰਨਾ ਮੈਂ ਇਸ ਕਰਕੇ ਲਾਣਾ ਵੀ ਬੈਠਿਆਂ ਬੈਠਿਆਂ ਮਨ ਜਿਹੜਾ ਨਾ ਇੱਧਰ ਉੱਧਰ ਚਲਾ ਜਾਂਦਾ। ਮਨ ਪੰਛੀ ਹੈ ਨਾ, ਮਨ ਪੰਖੀ भयो ਉੱਡ ਉੱਡ ਤਹਿ ਤਿਸ ਜਾਏ, ਫਿਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੇ ਜਦੋਂ ਧਾਰਨਾ ਲਾਉਂਦੇ ਆ ਨਾ, ਧਾਰਨਾ, ਉਦੋਂ ਚੇਤਾ ਆ ਜਾਂਦਾ ਮੈਂ ਕਿੱਥੇ ਬੈਠਾ ਵਾਂ, ਸੁਰਤ ਫਿਰ ਵਾਪਸ ਆ ਜਾਂਦੀ। तो एक पहलू ये भी है। दूसरा पहलू यह है साध संगत की रसना पवित्र हो जाती है। रसना भी तो पवित्र होती है ना। जे असी रसना नाल झूठ बोलीए, गलत बोलीए, तो फिर हजूर कहते ने नानक फिक्का बोले है, तन मन फिक्का होए। ते जे बाणी पढ़ीए तो फिर हजूर कहते ने नाम जपत गोबिंद का सूची पई रसना। तो हुण भाई बाणी कह रही है ना, ये जमानत है, गारंटी है। जे बाणी नाल रसना नाल बाणी गाली सुची हो जाती, पवित्र हो जाती। इसलिए जी की एक ही पैमानी, जी की एक ही पैमानी, जी की एक जी की एक ही पैमानी, जी की एक ही पैमानी, जी की अवर जतन कर रहे बो तेरे, अवर जतन कर रहे बो तेरे, अवर जतन तिन तिल नहीं कीमत जानी, तिन तिल नहीं कीमत जानी, तिन तिल नहीं जी की एक ही पैमानी, जी की एक ही पैमानी, जी की इस वास्ते हजूर उपदेश कर रहे ने, हर तज कत काहू के जाही। फिर अगे कहते ने जां को ठाकुर ऊंचा होई, सो जन पर कर जात ना सोही। मन लिया दुनियावी पक्षों किसे दा पिता करोड़पति है, अरबपति है, ते ओदा बच्चा किसे दूजे मातड़ साथी दे घर, हैंड टू माउथ दे घर, गरीब दे घर, जिहड़ा दिहाड़ी कमांदा है ते शाम नूं जिहड़े पैसे मिलते रस्ते चों सौदा खरीददा है, ਉਹਦੇ ਘਰ एक करोड़पति अरबपति ਦਾ लड़का ਮੰਗਣ ਡਿਆ ਹੋਵੇ ਦਰਵਾਜ਼ੇ ਤੇ ਖੜਾ ਹੋ ਕੇ, ਤੇ ਲੋਕ ਬੜੀ ਚਰਚਾ ਕਰਦੇ ਵੀ ਇਹ ਫਲਾਣੇ ਦਾ ਮੁੰਡਾ ਨਹੀਂ, ਵੀ ਇਹਨੂੰ ਕੀ ਹੋ ਗਿਆ, ਇਹਦੇ ਤੇ ਪਿਓ ਕੋਲ ਕੋਈ ਕਮੀ ਨਹੀਂਗੀ, ਇਹ ਭਿਖਾਰੀਆਂ ਦਾ ਭਿਖਾਰੀ ਕਿਉਂ ਬਣ ਗਿਆ। ਜਦੋਂ ਅਸੀਂ ਰੱਬ ਨੂੰ ਛੱਡ ਕੇ ਛੋਟੀਆਂ ਛੋਟੀਆਂ ਢੇਰੀਆਂ ਤੇ ਛੋਟੀਆਂ ਛੋਟੀਆਂ ਥਾਵਾਂ ਤੇ ਨੱਕ ਰਗੜਨੇ ਆ ਔਰ ਇਸ ਤਰ੍ਹਾਂ ਲਿਲਕੜੀਆਂ ਲੈਨੇ ਆ, ਤੇ ਉਦੋਂ ਹਜ਼ੂਰ ਕਹਿੰਦੇ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਹਾਡਾ ਤੇ ਬਾਪੂ ਇਤਨਾ ਵੱਡਾ ਹੈ ਜਿਹਦੇ ਕੋਲ ਕੋਈ ਕਮੀ ਨਹੀਂਗੀ। ਵੇਖੋ ਇਤਨਾ ਵੱਡਾ ਮਾਲਕ ਹੈ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਵੀ ਇੰਨੇ ਵੱਡੇ ਵੱਡੇ ਗੋਦਾਮ ਨੇ, ਇੰਨੇ ਵੱਡੇ ਵੱਡੇ ਉਹਦੇ ਕੋਲ ਅੰਬਾਰ ਲੱਗੇ ਹੋਏ ਨੇ ਪਦਾਰਥਾਂ ਦੇ, ਬਈ ਉਹਨੂੰ ਹਰ 6 ਮਹੀਨੇ ਬਾਅਦ ਆਪਣੇ ਗੋਦਾਮ ਜਿਹੜੇ ਨੇ ਉਹ ਸਟੋਰ ਨਹੀਂ ਕਰਨੇ ਪੈਂਦੇ। ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਸਾਧ ਸੰਗਤ ਦੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹਨੂੰ ਆਪਣੇ ਸਟੋਰ, ਆਪਣੇ ਗੋਦਾਮ ਹਰ 6 ਮਹੀਨੇ ਬਾਅਦ ਸਟੋਰ ਨਹੀਂ ਕਰਨੇ ਪੈਂਦੇ। ਵੀ ਕਣਕ ਆ ਗਈ, ਕਣਕ ਨਾਲ ਭਰ ਲਓ, ਚੌਲ ਆ ਗਏ ਨੇ, ਚੌਲਾਂ ਨਾਲ ਭਰ ਲਓ, ਸ਼ੂਗਰ ਆ ਗਈ ਹੈ, ਸ਼ੂਗਰ ਨਾਲ ਭਰ ਲਓ। ਮਹਾਰਾਜ ਫਿਰ ਤੇ ਹਜ਼ੂਰ ਕਹਿੰਦੇ ਨੇ ਜੋ ਕਿਛ ਪਾਇਆ ਸੋ ਏਕਾ ਵਾਰ,
ਇੱਕੋ ਵਾਰੀ ਐਸਾ ਗੁਦਾ, ਹੁਣ ਤੁਸੀਂ ਕਹੋਗੇ ਇੱਕੋ ਵਾਰੀ ਕੀ ਕਰ ਦਿੱਤਾ, ਧਿਆਨ ਦਿਆ, ਸਾਨੂੰ ਧਰਤੀ ਦਿੱਤੀ, ਇੱਕੋ ਵਾਰ ਪ੍ਰਿਥਵੀ ਗਲੋਬਲ ਦੇ ਦਿੱਤਾ, ਹੁਣ ਇਹਦੇ ਚੋਂ ਜੋ ਪੈਦਾ ਕਰਨਾ ਕਰੀ ਜੋ, ਕਦੀ ਰਹਿੰਦੀ ਦੁਨੀਆ ਤੱਕ ਨਹੀਂ ਇਹ ਜਵਾਬ ਦੇ। ਡਰਾਈ ਫਰੂਟ ਲੈਣਾ, ਡਰਾਈ ਫਰੂਟ ਬੀਜ ਦਿਓ, ਫਰੂਟ ਲੈਣਾ, ਫਰੂਟ ਦੇ ਬੂਟੇ ਲਾ ਦਿਓ, ਫਸਲਾਂ ਲੈਣੀਆਂ ਨੇ, ਫਸਲਾਂ, ਪੱਠਾ ਦੱਥਾ, ਜੋ ਤੁਸੀਂ ਲੈਣਾ ਇਹ ਮਲਟੀਪਲਾਈ ਕਰਕੇ ਤੁਹਾਨੂੰ ਰਿਟਰਨ ਕਰੇਗੀ, ਲਵੋ ਜਿੰਨਾ ਲੈਣਾ। ਧਰਤੀ ਚੀਜ਼ੀ ਕਿਆ ਕਰੇ ਜਿਸ ਵਿੱਚ ਸਭ ਕੁਛ ਹੋਏ। ਕਿਹੜੀ ਚੀਜ਼ ਹੈ ਜਿਹੜੀ ਧਰਤੀ ਚੋਂ ਪੈਦਾ ਨਹੀਂ ਹੁੰਦੀ ਪਿਆਰਿਓ, ਸਭ ਕੁਝ ਤੇ ਧਰਤੀ ਚੋਂ ਪੈਦਾ ਹੁੰਦਾ ਹੈ। ਇਸੇ ਕਰਕੇ ਤੇ ਵੱਡੇ ਵੱਡੇ ਸਰਮਾਏਦਾਰਾਂ ਨੇ ਸਰਕਾਰਾਂ ਨੂੰ ਕਹਿ ਕੇ ਕਾਨੂੰਨ ਬਣਾਏ ਨੇ ਵੀ ਜ਼ਮੀਨ ਸਾਨੂੰ ਲੈ ਦਿਓ, ਖੋ ਕੇ ਕਿਸਾਨਾਂ ਕੋਲੋਂ, ਬਸ ਫਿਰ ਵੇਖਿਆ ਜੇ ਕਿਦਾਂ ਤਰਸਾਨੇ ਆ ਲੋਕਾਂ ਨੂੰ ਰਾਸ਼ਨ ਵਾਸਤੇ, ਫਰੂਟ ਵਾਸਤੇ, ਸਬਜ਼ੀਆਂ ਵਾਸਤੇ। ਇਹ ਬੜੀ ਲੰਬੀ ਪਲੈਨਿੰਗ ਹੈ, ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂਗਾ, ਇਹ ਸਮਝ ਲਿਆ ਜੀ, ਇਹ ਸਾਡਾ ਸਾਰਿਆਂ ਦਾ ਮਸਲਾ। ਖੈਰ, ਤੋ ਜਿਸ ਦਾ ਆਪਣਾ ਮਾਲਕ ਬਹੁਤ ਵੱਡਾ ਹੋਵੇ ਉਹ ਦੂਜਿਆਂ ਕੋਲ ਜਾਂਦਾ ਚੰਗਾ, ਜਿਸ ਦਾ ਪਿਤਾ ਅਮੀਰ ਹੋਵੇ ਉਹਦਾ ਪੁੱਤਰ ਗਰੀਬਾਂ ਕੋਲ ਜਾਂਦਾ ਚੰਗਾ ਨਹੀਂ ਲੱਗਦਾ। ਪਿਤਾ ਕਿਰਪਾਲ ਆਗਿਆ ਇਹ ਕੀਨੀ, ਬਾਰਕ ਮੁੱਖ ਮੰਗੈ ਸੋ ਦੇਣ। ਅਕਾਲ ਪੁਰਖ ਨੇ ਕਰਿੰਦਿਆਂ ਨੂੰ ਕਹਿ ਛੱਡਿਆ ਵੀ ਮਨੁੱਖਤਾ, ਇਨਸਾਨੀਅਤ ਮੇਰੇ ਬੱਚੇ ਨੇ, ਇੱਕ ਪਿਤਾ ਇੱਕ ਅਸਕੇ ਅੰਬਾਰ। ਇਹ ਜਦੋਂ ਜਦੋਂ ਵੀ ਕੁਝ ਮੰਗਣ ਵੈਰੀਫਾਈ ਨਹੀਂ ਕਰਨਾ ਬਈ ਦਈਏ ਕਿ ਨਾ ਦਈਏ, ਜੋ ਮੰਗਣ ਦੇ ਦਿਓ, ਫਿਨਿਸ਼। ਤੋ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜਾਂ ਕੋ ਠਾਕੁਰ ਉੱਚਾ ਹੋਈ, ਜਿਸ ਦਾ ਠਾਕੁਰ, ਜਿਸ ਦਾ ਮਾਲਕ, ਜਿਸ ਦਾ ਸਵਾਮੀ ਆਪ ਇਤਨਾ ਉੱਚਾ ਹੋਵੇ, ਸੋ ਜਨ ਪਰ ਕਰ ਜਾਤ ਨਾ ਸੋਈ। ਉਹ ਬੰਦਾ ਫਿਰ ਪਰਾਏ ਘਰਾਂ ਵਿੱਚ ਜਾਂਦਾ ਤੇ ਵੀ ਚੰਗਾ ਨਹੀਂ ਲੱਗਦਾ। ਸਾਨੂੰ ਮਨਾ ਕਰ ਰਹੇ ਨੇ ਵੀ ਪਿਆਰ ਸਾਰਿਆਂ ਨਾਲ ਕਰੋ, ਮੁਹੱਬਤ ਸਾਰਿਆਂ ਨਾਲ ਕਰੋ, ਬੋਲਚਾਲ ਸਾਰਿਆਂ ਨਾਲ ਰੱਖੋ, ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਆਸ ਉਮੀਦ ਸਿਰਫ ਅਕਾਲ ਪੁਰਖ ਦੀ ਰੱਖੇ, ਥਾਂ ਥਾਂ ਤੇ ਨੱਕ ਨਾ ਰਗੜਦਾ। ਜੋ ਹਰ दर पे झुके उसे सर नहीं कहते, या इंज कह लो जो दर दर पे झुके उसे सर नहीं कहते, और जिस दर पे हर सर ना झुके उसे दर नहीं कहते। ਇਹ ਉਹ ਦਰ ਹੈ ਜਿੱਥੇ ਹਰ ਇੱਕ ਝੁਕਦਾ ਹੈ, ਔਰ ਜਿਹੜਾ ਸਿਰ ਦਰ ਦਰ ਤੇ ਝੁਕੇ ਫਿਰ ਉਹ ਸਿਰ ਨਹੀਂ ਰਹਿ ਜਾਂਦਾ, ਮੂੜਾ ਬਣ ਜਾਂਦਾ। ਇਸ ਵਾਸਤੇ ਅੱਜ ਥੋੜੀ ਜੀ ਮਿੱਠੀ ਝਿੜਕ ਵੀ ਹੈ, ਪਰ ਇਹ ਝਿੜਕ ਸਾਡੇ ਚੰਗੇ ਵਾਸਤੇ ਹੈ। ਇਹ ਝਿੜਕ ਨੂੰ ਇਦਾਂ ਲੈਣਾ ਚਾਹੀਦਾ ਵੀ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੇ, ਚੰਗਾ ਲੱਗਦਾ, ਗੁੱਸਾ ਨਹੀਂ ਆਉਂਦਾ। ਕਿਉਂ ਜੀ? ਜਦੋਂ ਬੱਚੇ ਨੂੰ ਮਾਂ ਪਿਓ ਝਿੜਕਦਾ ਹੈ, ਤੂੰ ਸਕੂਲ ਕਿਉਂ ਨਹੀਂ ਜਾਂਦਾ, ਪੜ੍ਹਦਾ ਕਿਉਂ ਨਹੀਂ? ਬਈ ਉਹਦੇ ਭਲੇ ਵਾਸਤੇ ਝਿੜਕਦਾ, ਬਈ ਤੂੰ ਪੜ੍ਹ ਲਏਗਾ ਤੇ ਅੱਗੇ ਜਾ ਕੇ ਤੇਰਾ ਚਾਰ ਠੀਕਰੀਆਂ ਕੀਮਤ ਪੈ ਜਾਏਗੀ, ਨਹੀਂ ਤੇ ਕੰਧਾਂ 'ਚ ਵੱਜਦਾ ਫਿਰੇਗਾ। ਸੋ ਜਾਂ ਕੋ ਠਾਕੁਰ ਉੱਚਾ ਹੋਈ, ਹਜ਼ੂਰ ਫਰਮਾਨ ਕਰ ਰਹੇ ਨੇ, ਸੋ ਜਨ ਪਰ ਘਰ ਜਾਤ ਨਾ ਸੋਈ। ਉਹ ਫਿਰ ਪਰਾਏ ਘਰਾਂ 'ਚ ਜਾਂਦਾ ਚੰਗਾ ਨਹੀਂ ਲੱਗਦਾ। ਆਪਣੇ ਘਰ ਜੋ ਹੈ ਉਹਨੂੰ ਖਾ, ਇਸ ਘਰ में है सो तू ढूंढ खाए और कैसी कह तू मत ही जाए। शब्द शुरू ਹੁੰਦਾ ਸੁਰੇ ਕੀ ਜੈਸੀ ਤੇਰੀ ਚਾਲ। ਕੁੱਤੇ ਨੂੰ ਨਾ, ਕੁੱਤੇ ਦਾ ਸੁਭਾਅ ਹੁੰਦਾ ਲਾਲਚੀ, ਉਹ ਇੱਧਰ ਉੱਧਰ ਬੜਾ ਭਟਕਦਾ ਹੈ, ਖਾਸ ਕਰਕੇ ਅਵਾਰਾ ਕੁੱਤਾ। ਜਿਹੜੇ ਕੁੱਤਿਆਂ ਰਾਖਵੇਂ ਕੁੱਤੇ ਨੇ ਨਾ, ਉਹਨਾਂ ਦੇ ਗਲ 'ਚ ਤੇ ਪਟਾ ਪਿਆ ਹੁੰਦਾ ਨਾ, ਉਹਦੇ ਤੇ ਪਟੇ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਇਹਦੇ ਗਲ 'ਚ ਪਟਾ ਪਿਆ ਹੈ, ਇਹ ਕਲਗੀਆਂ ਵਾਲੇ ਦਾ ਕੁੱਤਾ ਹੈ, ਇਹ ਪਟੇ ਵਾਲਾ ਕਲਗੀਆਂ ਵਾਲੇ ਦਾ ਕੁੱਤਾ ਹੈ। ਤੇ ਕਲਗੀਆਂ ਵਾਲੇ ਦਾ ਕੁੱਤਾ ਕਿਤੇ ਭਟਕ ਜਾਏ ਨਾ, ਤੇ ਲੋਕੀ ਕਹਿੰਦੇ ਫਲਾਣਾ ਬੰਦਾ ਗਾਤਰਾ ਪਾਇਆ, ਗਲਤ ਥਾਂ ਤੇ ਖਲੋਤਾ ਸੀ। ਅਸੀਂ ਠੇਕੇ ਦੇ ਲਾਗੇ ਉਹਨੂੰ ਖੜੇ ਦੇਖਿਆ, ਕਿਉਂ? ਕਲਗੀਆਂ ਵਾਲੇ ਦਾ ਪਟਾ ਪਿਆ ਸੀ ਨਾ, ਪਟਾ ਪਛਾਣ ਲਿਆ ਲੋਕਾਂ। ਤੇ ਜੇ ਪਟਾ ਨਾ ਪਿਆ ਹੁੰਦਾ, ਅਵਾਰਾ ਹੁੰਦਾ, ਤੇ ਜਿੱਧਰ ਮਰਜ਼ੀ ਧੱਕੇ ਖਾਂਦਾ ਫਿਰਦਾ, ਕਿਸੇ ਨੇ ਕੀ ਲੈਣਾ ਸੀ। ਪਟਾ ਪਿਆ ਹੋਵੇ ਗਲ 'ਚ ਤੇ ਉਹ ਦਰ ਦਰ ਤੇ ਨਹੀਂ ਭਟਕਦਾ। ਤੇ ਪਿਆਰਿਓ, ਪਟਾ ਨਾ ਪਿਆ ਹੋਵੇ ਤੇ ਇਸ ਘਰ 'ਚੋਂ ਟੁੱਕ ਖਾ ਲਿਆ, ਅਗਲੇ ਘਰ 'ਚੋਂ ਟੁੱਕ ਖਾ ਲਿਆ। ਕੁੱਤੇ ਏਦਾਂ ਹੀ ਕਰਦੇ ਨਾ, ਅਵਾਰਾ। ਤੇ ਕਬੀਰ ਸਾਹਿਬ ਕੁੱਤੇ ਨੂੰ ਵੇਖ ਕੇ ਕਹਿੰਦੇ ਨੇ, ਮਿੱਤਰਾ ਤੇਰੀ ਚਾਲ ਬੜੀ ਸੋਹਣੀ, ਗਾਂ ਵਰਗੀ ਏ, ਤੇ ਜਦੋਂ ਖਿੱਚ ਕੇ ਪੂਛਲ ਨੂੰ ਬਲੇਟਾ ਜਿਹਾ ਦੇਣਾ ਹੈ ਤੇ ਤੂੰ ਠੁਮਕ ਠੁਮਕ ਤੁਰਨਾ ਹੈ ਤੇ ਹਿੱਲਦੀ ਬੜੀ ਚੰਗੀ ਲੱਗਦੀ ਹੈ।
तेरी चाल गां वर्गी सोहनी है, तेरी पूछल बड़ी सोहनी है, ठुमक ठुमक करती है, पर तेरिया करतूतां चंगियां कोई नहीं गियां। सुरह की जैसी तेरी चाल, सुरह मैंने गां, पर तेरी पूंछट ऊपर चमक बाल, तेरी पूछल दे उत्ते बाल बड़े चमकते ने, ठुमक ठुमक करते सोहने लगते ने। अगों फिर कहते ने चाकी चाटे चून खाहे, चाकी का चीथरा कहां ले जाए। इथों तक ते ठीक है भी सुइए घर विच तू आउना है, तू भुखा है, चक्की पई है, चक्की नूं तू अपनी जीभ नाल चटना भी थोड़ा सहारा हो जाए, पर जेड़ा तू जान लगा परोला जेड़ा है चीथड़ा है उन्होंने मूँह च पा के लै जाना, ये नहीं गल समझ बैठा। समझा जी थोड़ा बंदिया, लालच बस तू किसी के घरों चोरी खाता वो तो समझ आ गया तेरी मजबूरी सी, पर किसी के घरों चुक के अपने घर में स्टोर करना ये गल समझ नहीं आई। स्टोर करना, चाकी का चीथरा कहां ले जाए। फिर होर सुनो, हुण ते फ्रिजां आ गई, घर जेड़े ने एयर टाइट आ गए, आटोमैटिक दरवाजे बंद होए, कुत्ता बिल्ली अंदर आ नहीं सकता। पहला घर खुले होंदे बिल्लियां आ जांदियां। वो फिर की कीता हुंदा, बरांडे दे विच उपर कुंडे लवाए हुंदे, उत्थे छिक्कू टंग के ना उन्हां विच कोई चीज़ां जिहड़ियां कुत्ता ते बिल्ले दी पहुंच ना हो सके। फिर कुत्ता थल्ले बैठा उपरले कुंडे च टंगे हुए छिक्कू विच पए पदार्थ की स्मैल लैके बड़ी हसरत भरी निगाह नाल उधर तकदा। कदी कदी दूर जाके मोशन बना के झराट मार के थल्ले लाण की भी कोशिश करता। कुत्ता कुत्ता की है, कुत्ते नूं थोड़ा उपदेश हो रहा। कुत्ता एक आइडियोलॉजी है, कुत्ता एक करैक्टर है, कुत्ता एक बिरती है। का फिर कबीर साहब कहते ने छीके पर तेरी बहुत नीच, वो छीके वाल तू बड़े ध्यान नाल वेखना है, पर तू ते सारा ध्यान उहदे विच फोकस कीता है। वो ना होवे भी पिछों घर वाला हो जाए तो उहदे हत्थ च होवे चुग ते वो मारे खिंच के तेरे लक च अद्धा घंटा चौं चौं करता रहेगा। मत लकड़ी सोटा तेरी परै पीठ, जदों तू पराए धन ते पराए तन वाल तकना है, इन्ने गौर नाल तकना भी तेनों चेता ही नहीं रहिंदा भी तेनों भी कोई तक रहा, ते ना होवे तेरे मगरों आके मौरां च कोई डांग ही मार दे। ये भी गौर कर। छीके पर तेरी बहुत डीठ, मत लकड़ी सोटा परै तेरी पीठ, कहो कबीर भोग भले कीन, मत को मारे ईंट टेढ़। इस घर में है तो कुछ ढूंढता है और किसी के तू मत ही जाए। जाका जाको ठाकुर ऊंचो हो ऊंचा होई, सो जन पर कर जात ना सोई, सो साहिब रहा भरपूर। वेखो जी उन्होंने कोल तो मैं तां गया सा भी वो गल्लां भी करते हैं, दुख सुख भी सुनते हैं, बाबा जी बड़े चंगे ने ते बड़ी करनी वाले ने। मैनू फलाना सिंह लै गया सी, उन्हां नाल मैं गल्लां बातां भी कीतियां, तो थोड़ा जिहा फिजिकली जिहड़ी मीटिंग है ना ਉਹਦੇ सानू तसल्ली हुंदी। हुण वागुरू अदृश्य है, इस वास्ते कई बार मन डोल जाता यार, कभी मिलिया तो है नहीं, कभी गलबात तो ਉਹਦੇ ਨਾਲ होई नहीं, डोल जाते हैं ना। महाराज कहते सो साहिब रहा भरपूर, वो व्यापक है, उन्हें महसूस कर, वो है ते तू है। इसलिए इनू महसूस कर भी वो परमात्मा भरपूर है। भरपूर मैंने व्यापक है, साहिब मैंने मालक, सदा संग नाही हर दूर, वो हमेशा तेरे संग है। सो सतगुर प्यारा मेरे नाल है, जिथे किथे मैनू ले छड़ाई, अते दो कालम प्रनासी दयालंग स्वरूपे, सदा अंग संगे अभंगम विभूते। हुण क्योंकि शब्द के होर भी 2-3 बंद ने और साढ़े को 15 मिनट बचे ने, मैं वो भी आप जी के सामने खोल दिया। कवला चरण शरण है जाकै, कहो जन का नाही घर ताकै। सासंत कमला कहते माया, पदार्थवाद,
करंसी, सोना, चांदी, रिजक, जो कुछ भी है, ये जिहड़े पदार्थ ने, जिहड़ी माया है, ये वाहगुरू के चरणों में बैठे रहिंदे, ये उहदे हुक्म तो बाहर थोड़ा ने, ये सब उहदे हुक्म विच ने। गरीबी अमीरी उहदे हुक्म विच आउंदी है, उहदी बैकग्राउंड विच साडी एक्टिविटी हुंदी है। किसी नूं वो अमीर करना चाहे तो माया की की मजाल है, वो मना करता भी मैं उहदे घर नहीं जाना, उन्होंने जाना पएगा। क्यों? क्योंकि हुक्म की बत्ती हुई है। जे वैगुरू नूं मना लिया तो माया तो आप ही मर जाती है। प्यारे, सूरज वाल मूँह करके तुरीए ना, मूँह करके सूरज वाल तुर पईए तो परछावां अपने आप ही पिछे पिछे तुरया हुंदा ना। ते सूरज वाल पिठ कर लीए तो परछावां अगे हो जाता ना। हुण परछावे नूं पकड़ना चाहो, नहीं पकड़ सकते, क्योंकि तुसी तुरोगे तो परछावां तुरेगा, तुसी भजोगे तो परछावां भी भजेगा। वाहगुरू सूरज है, परछावां माया है। साडा मुख वाहगुरू वाल हो जाए, माया रूपी परछावां आप ही पिछे पिछे आई जाता है, तो वाहगुरू रूपी सूरज वाल पिठ हो जाए तो फिर माया अगे अगे असीं पिछे पिछे हाथ को नहीं आउंदी। गौ कर पकड़ी ना आई हाथ, प्रीत करी चाली नहीं साथ, तो नानक जब त्याग दई तबे शरणी आए परी। जदों रब वाल मूँह हो जाए फिर पदार्थ अपने आप ही पिछे आ जाते हैं। प्यारे, ऐसा गुरबाणी विच उल्लेख है। इस वास्ते कवला चरण शरण है जां कै, माया उहदे चरण च हसदी रहिंदी है, चरना च बैठी रहिंदी है। माया उहदे हुक्म विच है, सहनसे है। कहो जन का नाही घर तां कै, हे जन ये दस भी उस वाहगुरू दे घर की नहीं, उहदे घर सब कुछ। साचे साहिबा क्या नाही घर तेरा, साचे साहिबा क्या नाही घर तेरा, घर तां तेरा सब कुछ है, पर समस्या यह है जिस दे सो पावे। जिन्हों देना है वह पांदा है, उंज नहीं कोई पा सकता। क्योंकि दाता दात रखी हाथ अपने, जिस भावे तिस देई, दात जोत सूरत सब तेरी, बहुत सियाणप हउमै मेरी। दात तेरी है, साडे विच जोत तेरी है, सूरत तेरी है, बड़ा सियाणा वा मैं, हौमे ते मेरी आश वस्तु मेरी है, ममता, ये चीज़ां साडियां दाता तेरियां। इस वास्ते जो मांगै ठाकुर अपने ते, सोई सोई देवै, नानक दास मुख ते जो बोलै, इहां उहां सच होए। भाई, उस वाहिगुरू जी दे घर दे विच सारे पदार्थ। कबला चरण चरण है जाकै, कहो जन का नाई घर ताकै, सब को कह जास की बाता, सो समरथ निज पत है दाता। सारे जिस वैगुरू दियां गल्लां करदे ने ते कहंदे ने वो समर्थ है। समर्थ का अर्थ है भी जो भी कोई मंगे उन्होंने मुहैया करा देना, वो तो समर्थ दाता है। तो कबीर तुम समर्थ दाते, चार पदार्थ देत ना बार। सारा संसार जिस अकाल पुरख दियां गल्लां करदा है, और वो समर्थ है, दाता भी समर्थ है। और तो कोई दाता है ही नहीं ना प्यारे। जपजी साहब विच भी एक वचन आप जी पढ़ते हो, हजूर कहते ने गुरमुख नादं गुरमुख वेदं, गुरमुख रहया समाई, गुर ईसर गुर गोरख ब्रह्मा, गुर पार्वती माई, जे हऊं जाना आखा नाही, कहना कथन ना जाई,
ਅੱਗੋਂ ਕੀ ਕਹਿੰਦੇ ਹੋ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ ਗੁਰਾ। ਇਹਨੂੰ ਗੁਰਾ ਨਹੀਂ ਕਹਿਣਾ, ਬਿੰਦਾ ਲਾ ਕੇ ਨਹੀਂ ਕਹਿਣਾ। ਗੁਰਾ ਇੱਕ ਦੇ ਬਜਾਈ ਦੇ ਅਰਥ ਹੋਣਗੇ। ਗੁਰੂ ਨੇ ਇੱਕ ਗੱਲ ਮੈਨੂੰ ਸਮਝਾ ਦਿੱਤੀ, ਨਹੀਂ ਇੱਥੇ ਅਰਦਾਸ ਹੈ। ਗੁਰਾ, ਇਹ ਗੁਰੂ, ਇੱਕ ਦੇ ਬੁਝਾਈ, ਇੱਕ ਗੱਲ ਮੇਰੇ ਅੰਦਰ ਬਿਠਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਮੇਰੇ ਗੱਲ ਅੰਦਰ ਬੈਠਦੀ ਨਹੀਂ, ਮੈਂ ਫਿਰ ਵੀ ਨਿੱਕੀਆਂ ਨਿੱਕੀਆਂ ਢੇਰੀਆਂ ਤੇ ਨਿੱਕੇ ਨਿੱਕੇ ਆਸਰੇ ਤਾਕਣਾ ਵਾ। ਤੂੰ ਤਰਸ ਕਰ ਵੀ ਮੈਂ ਤੇਰਾ ਦਰ ਛੱਡ ਕੇ ਕਿਤੇ ਜਾ ਹੀ ਨਾ। ਸਾਨੂੰ ਵਾਹਿਗੁਰੂ ਦੇ ਗੁਰੂ ਦੇ ਦਰ ਤੇ ਪਤਾ ਕਿਵੇਂ ਬਹਿਣਾ ਚਾਹੀਦਾ। ਸਾਡਾ ਮਨ ਬਦਲ ਜਾਏ, ਅਸੀਂ ਇਹਨੂੰ ਛੱਡ ਕੇ ਕਿਤੇ ਟੁਰ ਜਾਈਏ, ਨਹੀਂ, ਇਹ ਤੇ ਬੜੀ ਮਾਈਨਰ ਗੱਲ ਹੈ। ਸਾਨੂੰ ਕੋਈ ਪਕੜ ਕੇ ਇੱਥੋਂ ਉਠਾ ਕੇ ਦੂਰ ਲਿਜਾਣਾ ਚਾਹੇ ਨਾ, ਤੇ ਲਿਜਾ ਹੀ ਨਾ ਸਕੇ। ਹੁਣ ਇੱਕ ਬੰਦਾ ਬੈਠਾ ਹੈ, ਨਹੀਂ ਜਾਣਾ, 4 ਜਣੇ ਉਹਨੂੰ ਉਠਾ ਲੈਣਗੇ, ਜ਼ਬਰਦਸਤੀ ਕਰ ਸਕਦੇ ਨਾ। 5 ਜਣੇ ਜ਼ਬਰਦਸਤੀ ਚੁੱਕ ਕੇ ਕਿਲੋਮੀਟਰ ਦੂਰ ਰੱਖਣਗੇ। ਪਰ ਇੱਕ ਤਰੀਕਾ ਹੈ, ਤੁਸੀਂ ਗੁਰੂ ਦੇ ਦਰ ਤੇ ਇਸ ਤਰ੍ਹਾਂ ਬੈਠ ਜਾਓ, ਤੁਹਾਨੂੰ ਕੋਈ ਉਠਾ ਹੀ ਨਹੀਂ ਸਕਦਾ। ਕਿਵੇਂ ਬੈਠ ਜਾਈਏ? ਤੁਸੀਂ ਕਦੀ ਕੱਚੇ ਪਏ ਤੇ ਤੁਰੋ, ਕੱਚੇ ਪਏ ਤੇ ਪਿਆ ਹੋਵੇ ਜਾਂ ਪਈ ਹੋਵੇ, ਥੱਲੇ ਮਿੱਟੀ ਹੋਵੇ, ਉਹਦੇ ਉੱਤੇ ਤੁਰੀਏ ਨਾ ਤੇ ਪੈਰ ਦਾ ਨਿਸ਼ਾਨ ਉਹਦੇ ਤੇ ਛਪ ਜਾਂਦਾ, ਜਿਹਨੂੰ ਪੈੜ ਕਹਿੰਦੇ ਆ, ਜਿਹਨੂੰ ਪਦ ਚਿੰਨ੍ਹ ਵੀ ਕਹਿੰਦੇ ਆ, ਉਹ ਛਪ ਜਾਂਦਾ ਨਾ ਵਿੱਚ। ਅਦੀਪ ਕਹਿੰਦਾ, ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ। ਕੂਚਾ ਗਲੀ ਨੂੰ ਕਹਿੰਦੇ, ਯਾਰ ਦੀ ਗਲੀ ਵਿੱਚ ਇੱਕ ਗੱਲ ਧਿਆਨ ਰੱਖਣਾ, ਯਾਰ ਸ਼ਬਦ ਅਸ਼ਲੀਲ ਨਹੀਂ ਹੈ। ਯਈਏ ਕੰਨਾ ਰਾਰਾ, ਯਾਰ ਤੇ ਜੱਜੇ ਕੰਨੇ ਰਾਰਾ, ਇਹ 2 ਸ਼ਬਦ ਨੇ। ਜਿਹੜੇ ਇਸ਼ਕ ਮਜ਼ਾਜੀ ਵਾਲੇ ਨੇ, ਉਹਨਾਂ ਲਈ ਹਜ਼ੂਰ ਨੇ ਬਾਣੀ 'ਚ ਜੱਜੇ ਕੰਨਾ ਰਾਰਾ ਵਰਤਿਆ। ਚੋਰਾਂ ਜਾਰਾਂ, ਜੱਜੇ ਨਾਲ ਜਾਰਾਂ ਤੇ ਕੂੜਿਆਰਾਂ। ਤੇ ਜਿੱਥੇ ਇਸ਼ਕ ਹਕੀਕੀ ਦੀ ਗੱਲ ਆ ਗਈ ਨਾ, ਇਸ਼ਕ ਮਜ਼ਾਜੀ ਤੇ ਥੱਲੇ ਰਹਿ ਜਾਂਦਾ ਨਾ। ਜਿਸਮਾਨੀ ਖਿੱਚ ਹੈ, ਨਹੀਂ ਜਿਸਮਾਨੀ ਖਿੱਚ ਨਹੀਂ, ਰੂਹਾਂ ਦੇ ਮੇਲ ਨੇ, ਰੂਹਾਂ ਦੀ ਖਿੱਚ ਹੈ। ਉੱਥੇ ਮਹਾਰਾਜ ਜੱਜਾ ਵਰਤਦੇ ਨੇ। ਤੇ ਫਿਰ ਕੀ ਕਹਿੰਦੇ ਨੇ, ਹੱਲੇ ਯਾਰਾ, ਹੱਲੇ ਯਾਰਾ ਖੁਸ਼ ਖਬਰੀ। ਫਿਰ ਉੱਥੇ ਕੀ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਨੌ ਫਿਰੋ ਖੋਜੰਤੀਆ, ਤਿਸ 10 ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀਰੀਜੈ। ਹੁਣ ਅੱਖਾਂ ਤਿਲ ਜਿੰਨਾ ਸਮਾਂ ਵੀ ਧੀਰਜ ਨਹੀਂ ਧਰਦੀਆਂ, ਅੱਖਾਂ ਉਹਨੂੰ ਤੱਕਣਾ ਚਾਹੁੰਦੀਆਂ। ਯਾਰ ਸ਼ਬਦ ਵਰਤਿਆ ਇਹਦੇ ਲਈ, ਇਸ਼ਕ ਹਕੀਕੀ ਤੇ ਇਸ਼ਕ ਮਜ਼ਾਦੀ ਲਈ ਜੱਜਾ ਸ਼ਬਦ ਵਰਤਿਆ। ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ। ਪੈਰ ਦਾ ਨਿਸ਼ਾਨ ਜਿਵੇਂ ਮਿੱਟੀ ਤੇ ਲੱਗ ਜਾਂਦਾ ਹੈ, ਕੋਈ ਕਵੇ ਨਿਸ਼ਾਨ ਨੂੰ ਚੁੱਕ ਕੇ ਉੱਥੇ ਰੱਖ ਦੇਣਾ, ਨਹੀਂ ਭਾਈ, ਇਸ ਨਿਸ਼ਾਨ ਨੂੰ ਤੂੰ ਮਿਟਾ ਸਕਣਾ, ਉਠਾ ਨਹੀਂ ਸਕਦਾ। ਕੂਚਾ ਯਾਰ ਮੇ ਬੈਠ, ਇਸ ਤਰ੍ਹਾਂ ਦੀ ਯਾਰੀ ਪਾ ਆਪਣੇ ਗੁਰੂ ਨਾਲ, ਇਸ ਤਰ੍ਹਾਂ ਦੀ ਯਾਰੀ ਪਾ ਨਿਰੰਕਾਰ ਨਾਲ, ਵੀ ਤੈਨੂੰ ਕੋਈ ਤੋੜ ਨਾ ਸਕੇ, ਤੈਨੂੰ ਕੋਈ ਖਤਮ ਤੇ ਕਰ ਸਕੇ ਤੇ ਕਰ ਦੇ। ਕੂਚਾ ਯਾਰ ਮੇ ਬੈਠ ਨਕਸ਼ੇ ਪਾ ਕੀ ਤਰ੍ਹਾਂ, ਕੋਈ ਮਿਟਾ तो सके लेकिन उठा ना सके। वो समर्थ है, सारे ओदियां गल्लां करदे ने। और दाता एक वो अकाल पुरख वैगुरू है, होर कोई दाता नहीं। रिजक की चिंता है और उस रिजक की चिंता नूं दूर करने वास्ते महाराज बाणी सानू कहंदे ने, गोपाल तेरा आरता जो जन तुमरी भगत करन ते दिन के काज सवारता। वेखो गल ते विश्वास दी है। महाराज कहंदे ने जिहड़े भगती करदे ने काम सौरदे ने। ते बाणी की है, तुसीं ये भी कहंदे हो वाह वाह बाणी निरंकार है, तो तुहानू निरंकार कह रहा है ना भी तू जप, कारज भी सौरनगे। तू जपदे ते है नहीं,
थोड़ा जिहा जप लिया काले छेती पै जाने। कणक बीजी है तो 6 महीने फसल तैयार होने नूं लगदे ने, कमाद लाया तो साल लग जाता है, फलों वाला बूटा लाया 2-2 3-3 4-4 साल भी वेट करनी पैंदी है। इत्थे असीं कहने भी माड़ा एक कमाई है तो मैं घर मगरों जा तो रिजल्ट घर जाण तो पहला आया होवे, भाई थोड़ा सबर भी कर, मशक्कत भी कर, काम सौरदे ने पर काले पिया नहीं। गोपाल तेरा आरता, हुण ये भी गल समझण वाली है। आरती शब्द ते प्रचलित है ना, ਉਹ जी लोकी आरती धन्ना जट सी इस करके वो कहने लगा मेरा आरता नहीं प्यारे। आरत शब्द है एड़ा कन्ना रारा तत्ता, आरत मैंने दुखियारा, आरत मैंने लोड़वंद। और किते किते जिवें नानक दी थां ते नानका तुकांत पूर्ति लई नानक दे कक्के नूं कन्ना लग, इस तरह आरत दे तत्ते नूं कन्ना लग के आरता बन। आरती दा पुलिंगवाचक आरता नहीं, ਉਹਨੂੰ ਆਰਤੀ ਵਾਲੇ ਸ਼ਬਦਾਂ 'ਚ ਐਡ ਕਰ ਦਿੱਤਾ ਗਿਆ, ਪਰ ਤੁਸੀਂ ਥੱਲੇ ਗੌਰ ਨਾਲ ਪੜੋ ਉਹਦੇ ਆਰਤੀ ਦੀ ਸਮੱਗਰੀ ਦਾ ਕੋਈ ਮੈਂਸ਼ਨ ਨਹੀਂ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਕਹਿਣ ਲੱਗੇ ਤੂੰ ਠੀਕ ਸੁਣਿਆ। ਕਹਿਣ ਲੱਗਾ ਜੀ ਮੈਂ ਵੀ ਇੱਕ ਲਿਸਟ ਬਣਾ ਕੇ ਲਿਆ ਗਰੋਸਰੀ ਦੀ। ਆਖਣ ਲੱਗੇ ਲਿਸਟ ਦੱਸੋ। ਫਿਰ ਲਿਸਟ ਦੱਸੀ, दाल सीधा मांगो घीओ, सीधा आटे नूं कहंदे, दाल दा भाव स्पष्ट, घ्यो भी चाहिए। हमरा खुशी करे नित जियो पनिया छादन नीका, जुत्ती कपड़ा चंगा चाहिए, माड़ा नहीं चाहिए। अनाज मंगो सत सी का गऊ, भैंस मंगो लावेरी, एक ताजन तुरी चंगेरी। ताजन तुरी मैंने घोड़ी, अजकल की बोली तुसी कह लो कार, मोटर कार, कोई सवारी। घर की गीहन चंगी, भगत धन्ना जी शर्माए नहीं। घर की जिहड़ी गृहस्थन है वो भी चंगी चाहिए। जन धन्ना लेवै मंगी, ਇਹਦੇ ਵਿੱਚ ਸ਼ਰਮ ਕਾਦੀ ਕਰਨੀ, ਇਹ ਤੇ ਮੇਰੀ ਰਿਕੁਆਇਰਮੈਂਟ ਹੈ। तो भाई वो दाता भी है, ਉਹਦੇ ਕੋਲ ਸਭ ਕੁਝ ਸਮਰੱਥ ਦਾਤਾ ਹੈ, ਸਭ ਕੋਲ ਮੌਜੂਦ ਹੈ। ਤੂੰ ਦਰ ਦਰ ਤੇ ਭਟਕਣਾ ਛੱਡ ਕੇ ਇੱਕ ਦਾ ਹੋ ਜਾ, ਉਹਨੂੰ ਫਿਕਰ ਹੋ ਜਾਏਗਾ ਵੀ ਭਾਈ ਇਹਦਾ ਤੇ ਹੁਣ ਜਿਹੜੇ ਕੁੱਤੇ ਨੂੰ ਰੱਖ ਲਈਏ ਉਹਦਾ ਤੇ ਫਿਕਰ ਕਰਨਾ ਪੈਂਦਾ ਨਾ। ਮੈਨੂੰ ਖਿਮਾ ਕਰਨਾ, ਜਿਹੜਾ ਕੁੱਤੇ ਨੂੰ ਕੋਈ ਰੱਖ ਲਵੇ ਨਾ ਉਹ ਤੇ ਆਪ ਨੂੰ ਕਿਤੇ ਥੋੜੀ ਬਹੁਤੀ ਪੇਟ ਦੀ ਗੜਬੜ ਹੋ ਜਾਏ ਤੇ ਬਰਦਾਸ਼ਤ ਕਰ, ਉਹਦੀ ਸੰਗਲੀ ਲੈ ਕੇ ਤੁਰੇ ਫਿਰਦੇ ਨੇ। ਕੀ ਕਰਦੇ ਹੋ? ਉਹ ਇਹ ਜੀ ਇਹਨੂੰ ਹਾਜ਼ਤ ਕਰਾਣੀ ਪੈਂਦੀ ਹੈ ਬਾਹਰ ਜਾ ਕੇ। ਇੱਕ ਉਹ ਕੋਲ ਦੂਜਾ ਪਲਾਸਟਿਕ ਦਾ ਜਗਾੜ ਜਿਹਾ ਵੀ ਫੜਿਆ ਉਹਦਾ ਚੁੱਕ ਕੇ, ਕਿੰਨੀ ਫਿਕਰ ਕਰਨੇ ਆ। ਤੇ ਜੇ ਕਿਤੇ ਪਟਾ ਪਾ ਲਈਏ ਗੁਰੂ ਗੋਬਿੰਦ ਸਿੰਘ ਦਾ, ਕੁੱਤੇ ਬਣ ਜਾਈਏ ਉਹਦੇ ਸੱਚੀ ਮੁੱਚੀ, ਫਿਰ ਆਪੇ ਉਹ ਸਾਰੀ ਫਿਕਰ ਕਰੇਗਾ। ਸੋ अंत विच कबीर साहब कहते ने, कह कबीर पूरन जग सोई, जा कह हिरदय अवर ना होई। असल विच पूर्ण कौन है? जिहदे सुरत विच वाहगुरू नूं छड्ड के किसे होर दा ख्याल ना आवे, किसे नाल नफरत ना करिए, निंदा ना करिए, ईरखा ना करिए, दूजे देवी देवतियां पीरां पकंबरां दी आलोचना ना करिए। चंगी गल है, पर साडी अंदरों टेक एक अकाल पुरख वैगुरू ते हो। असीं इहो ही कहिए भी एको है भाई, एको है साहिब मेरा एको है। आप समाप्ति करिए, एक बारी रसना जरूर पवित्र करो ते सारे प्यार नाल आखो जी, एको है भाई एको है, एको है भाई एको है। संज्ञा ना करो प्यारे, बाणी पढ़न लगे। ये ठीक है मेरे को साउंड सिस्टम है, तुहाडे कोल नहीं, पर तुहाडी गिनती मेरे नाल ज़्यादा है, तो थोड़ा गज के कृपा करया करो। एको है भाई एको है, एको है भाई एको है। साहिब मेरा एको है,
साहिब मेरा एको है। जी साहिब मेरा एको है, साहिब मेरा एको है। सो साध संगत इतनियां बेनतियां प्रवान करनियां, भुलां गलतियां की माफी बख्शिश करनी। कबीर साहब ने बचन आरंभ किए सन, रे जी नलज